ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਓ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਲੌਕਿਕ ਕੀਰਤਨ ਸਮਾਗਮ ਦੇ ਚੌਥੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰਿਓ, ਹੁਣੇ ਆਪ ਜੀ ਨੇ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਮੁੱਖ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਪਾਸੋਂ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ਹੈ। ਭਾਈ ਸਾਹਿਬ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਉਸ ਸਮੇਂ ਦੀ ਆਪ ਜੀ ਦੇ ਨਾਲ ਵਿਚਾਰ ਸਾਂਝੀ ਕੀਤੀ ਹੈ, ਜਦੋਂ ਇੱਕ ਸਾਧੂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਗੁਰੂ ਧਾਰਨ ਨਹੀਂ ਕੀਤਾ, ਤੁਹਾਡੀ ਸੰਗਤ ਕਰਨ ਦੇ ਨਾਲ ਮੇਰਾ ਕੀਤਾ ਜਪ ਤਪ ਵੀ ਨਸ਼ਟ ਹੋ ਗਿਆ ਹੈ। ਤੇ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਗੱਲ ਪਤਾ ਲੱਗੀ ਕਿ ਗੁਰੂ ਨਾਂ ਧਾਰਨ ਕਰਕੇ ਉਹਨਾਂ ਦੇ ਜੀਵਨ ਦੇ ਇੰਨੇ ਸਾਲ ਵਿਅਰਥ ਚਲੇ ਗਏ ਹਨ, ਤੇ ਬੀਬੀ ਅਮਰੋ ਜੀ ਦੇ ਕੋਲੋਂ ਉਹਨਾਂ ਨੇ ਜੋ ਪੰਕਤੀਆਂ ਸੁਣੀਆਂ ਤੇ ਪੰਕਤੀਆਂ ਸੁਣ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਜਾਣ ਦਾ ਉਹਨਾਂ ਦਾ ਮਨ ਬਣਿਆ, ਮਨ ਅੰਦਰ ਭਾਵਨਾ ਜਾਗੀ। ਉਹ ਪੰਕਤੀਆਂ ਇਹੋ ਸਨ ਕਿ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਓ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਵਾ। ਕਿ ਜੇ ਪੂਰਾ ਗੁਰੂ ਮਿਲ ਜਾਵੇ ਤੇ ਜਿਵੇਂ ਸੜਿਆ ਹੋਇਆ ਲੋਹਾ ਕਿਸੇ ਕੰਮ ਦਾ ਨਹੀਂ ਹੁੰਦਾ, ਤੇ ਉਸੇ ਤਰ੍ਹਾਂ ਜੇ ਕਿਸੇ ਮਨੁੱਖ ਦਾ ਜੀਵਨ ਵਿਸ਼ਿਆਂ ਵਿਕਾਰਾਂ ਕਰਕੇ ਔਗਣਾ ਕਰਕੇ ਸੜੇ ਹੋਏ ਲੋਹੇ ਵਰਗਾ ਵੀ ਹੋ ਗਿਆ ਹੋਵੇ, ਤੇ ਜੇ ਉਹਨੂੰ ਪੂਰਾ ਗੁਰੂ ਮਿਲ ਜਾਵੇ ਤੇ ਉਹ ਫਿਰ ਮੁੜ ਕੇ ਕੰਚਨ ਵਰਗਾ ਭਾਵ ਸੋਨੇ ਵਰਗਾ ਹੋ ਜਾਂਦਾ ਹੈ। ਹੁੰਦਾ ਕਿਸ ਦੇ ਨਾਲ ਹੈ? ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਉਹ ਸੱਚੇ ਨਾਮ ਰੂਪੀ ਅੰਮ੍ਰਿਤ ਦੀ ਦਾਤ ਆਪਣੇ ਦਰ ਆਏ ਸੇਵਕ ਨੂੰ ਦੇ ਦੇਵੇ ਤੇ ਉਸ ਦਾ ਜਿਹੜਾ ਜੀਵਨ ਹੈ ਇਹ ਟਿਕਾਊ ਦੇ ਵਿੱਚ ਆ ਜਾਂਦਾ ਹੈ। ਤ੍ਰਿਸ਼ਟਸ ਤੋਂ ਭਾਵ ਹੈ ਟਿਕਾਊ, ਦੇਹਾ ਤੋਂ ਭਾਵ ਹੈ ਸਰੀਰ। ਤੇ ਸਤਿਗੁਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਤੇ ਆਪਾਂ ਸਰਵਣ ਕਰ ਲਿਆ। ਜਿਸ ਪੰਕਤੀ ਤੋਂ ਉਹਨਾਂ ਦੇ ਮਨ ਅੰਦਰ ਲਗਨ ਲੱਗੀ ਸੀ, ਉਹ ਪੰਕਤੀ ਆਪਾਂ ਹੁਣ ਵਿਚਾਰਨ ਦਾ ਯਤਨ ਕਰੀਏ ਕਿ ਅਸੀਂ ਅੱਜ ਗੁਰੂ ਘਰ ਦੇ ਅੰਦਰ ਇਕੱਤਰ ਹੋਏ ਹਾਂ। ਗੁਰੂ ਦਰਬਾਰ ਦੇ ਵਿੱਚ ਖੰਡੇ ਬਾਟੇ ਦੀ ਪਹੁਲ ਤਿਆਰ ਹੋ ਰਹੀ ਹੈ, ਤੇ ਕੀ ਸਾਡਾ ਜੀਵਨ ਅਜੇ ਲੋਹਾ ਹੈ ਸੜਿਆ ਹੋਇਆ, ਜਾਂ ਫਿਰ ਅਸੀਂ ਕੰਚਨ ਹੋ ਗਏ ਹਾਂ? ਇਸ ਦੇ ਵਾਸਤੇ ਸਾਨੂੰ ਸੋਚਣਾ ਪਵੇਗਾ। ਆਪਣੇ ਮਨ ਅੰਦਰ ਵਿਚਾਰੀਏ ਕਿ ਕੀ ਅਸੀਂ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨ ਲਿਆ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਅੰਦਰ ਇੱਕ ਫਰਮਾਨ ਆਉਂਦਾ ਹੈ ਕਿ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ। ਸਾਡੇ ਕੋਲ ਸਮਾਂ ਹੈ ਕਿ ਜੇ ਅਸੀਂ ਅਜੇ ਤੱਕ
ਅੰਮ੍ਰਿਤ ਦੀ ਦਾਤ ਨਹੀਂ ਲਈ, ਗੁਰੂ ਉਪਦੇਸ਼ ਨੂੰ ਨਹੀਂ ਕਮਾਇਆ ਤੇ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਅਰਦਾਸ ਬੇਨਤੀ ਕਰਕੇ ਅੱਜ ਗੁਰੂ ਦੇ ਕੋਲੋਂ ਖੰਡੇ ਬਾਟੇ ਦੀ ਪੌਲ ਛਕ ਲਈਏ, ਅੰਮ੍ਰਿਤਧਾਰੀ ਬਣ ਜਾਈਏ। ਬਹੁਤ ਵਾਰ ਵਿਚਾਰਾਂ ਹੁੰਦੀਆਂ ਹਨ, ਬਹੁਤ ਵੱਡੇ ਵੱਡੇ ਵਿਦਵਾਨ ਆਪ ਸੰਗਤਾਂ ਨੂੰ ਸਰਵਣ ਕਰਾਉਂਦੇ ਹਨ ਗੁਰਮਤਿ ਵਿਚਾਰਾਂ, ਤੇ ਆਪ ਜੀ ਖੁਦ ਵੀ ਗੁਰਬਾਣੀ ਪੜ੍ਹਦੇ ਹੋ। ਸ਼ਬਦ ਆਉਂਦਾ ਹੈ ਗੁਰਬਾਣੀ ਦੇ ਅੰਦਰ ਕਿ ਕੇਵਲ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਣ ਵਾਲੀ, ਕੇਵਲ ਇੱਕ ਦਿਨ ਦੇ ਧਰਮ ਕਰਮ ਕਰਨ ਦੇ ਨਾਲ, ਦਿਖਾਵੇ ਦੇ ਕਰਮ ਕਰਨ ਮਾਤਰ ਦੇ ਨਾਲ ਸਾਡਾ ਪਾਰ ਉਤਾਰਾ ਨਹੀਂ ਹੋਣ ਵਾਲਾ। ਗੁਰੂ ਕਿਰਪਾ ਕਰਨ ਵਾਲਾ ਹੈ, ਸਦਾ ਸਮਰੱਥ ਹੈ। ਗੁਰੂ ਐਡਾ ਕੁ ਬੇਅੰਤ ਹੈ ਕਿ ਸਤਿਗੁਰ ਸੱਚਾ ਸ਼ਾਹ ਗੁਣ ਬੀਚ ਔਗਣ ਲੇਤ। ਉਹ ਜਿਹੜਾ ਪੂਰਾ ਗੁਰੂ ਹੈ ਉਹ ਐਡਾ ਵੱਡਾ ਸ਼ਾਹ ਹੈ ਕਿ ਸਾਡੇ ਕੋਲੋਂ ਸਾਨੂੰ ਗੁਣ ਵੇਚਦਾ ਹੈ ਤੇ ਸਾਡੇ ਕੋਲੋਂ ਅਵਗੁਣ ਲੈ ਲੈਂਦਾ ਹੈ। ਤੇ ਅਵਗੁਣ ਜਿਹੜੇ ਹਨ ਜੇ ਸਾਡੇ ਜੀਵਨ ਦੇ ਅੰਦਰੋਂ ਨਿਕਲ ਜਾਣ ਤੇ ਸਾਡਾ ਜੀਵਨ ਨਿਰਮਲ ਹੋ ਸਕਦਾ ਹੈ। ਜਿੰਨਾ ਚਿਰ ਸਾਡੇ ਜੀਵਨ ਦੇ ਅੰਦਰ ਅਵਗੁਣਾਂ ਦੀ ਭਰਮਾਰ ਹੈ ਉਨਾ ਚਿਰ ਅਸੀਂ ਸੱਚੇ ਨਾਮ ਦੇ ਵਿੱਚ ਅਭੇਦ ਨਹੀਂ ਹੋ ਸਕਦੇ। ਤੇ ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ ਕਿ ਸਤਿਗੁਰ ਸੱਚਾ ਸ਼ਾਹ ਗੁਣ ਵੇਚ ਅਵਗੁਣ ਲੇਤ। ਉਹ ਸਾਨੂੰ ਗੁਣਾਂ ਦੀ ਦਾਤ ਦਿੰਦਾ ਹੈ ਤੇ ਸਾਡੇ ਕੋਲੋਂ ਅਵਗੁਣ ਜਿਹੜੇ ਹਨ ਉਹ ਇਕੱਠੇ ਕਰ ਲੈਂਦਾ ਹੈ। ਭਗਤ ਨਾਮਦੇਵ ਜੀ ਦੇ ਬਾਰੇ ਆਪਾਂ ਸਾਰਿਆਂ ਨੇ ਸੁਣਿਆ ਹੈ। 15 ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਹੈ ਤੇ ਉਹਨਾਂ ਦੇ ਵਿੱਚ ਭਗਤ ਨਾਮਦੇਵ ਜੀ ਦਾ ਵੀ ਨਾਮ ਹੈ। 62 ਸ਼ਬਦ ਹਨ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਤੇ ਇੱਕ ਵਾਰ ਭਗਤ ਨਾਮਦੇਵ ਜੀ ਆਪਣੇ ਘਰ ਬੈਠੇ ਤੇ ਉਹਨਾਂ ਦੀ ਪਤਨੀ ਆਈ ਤੇ ਆ ਕੇ ਉਹ ਕਹਿਣ ਲੱਗੀ ਕਿ ਇਹ ਬੰਦਾ ਦੇਖਣ ਨੂੰ ਬਹੁਤ ਭਲਾ ਜਾਪਦਾ ਸੀ, ਪਰ ਜਦੋਂ ਇਸ ਦਾ ਪਾਜ ਖੁੱਲਿਆ ਤੇ ਇਹ ਤੇ ਬਹੁਤ ਵੱਡਾ ਧੋਖੇਬਾਜ਼ ਨਿਕਲਿਆ। ਭਗਤ ਨਾਮਦੇਵ ਜੀ ਕਹਿੰਦੇ ਕੀ ਗੱਲ ਹੋਈ? ਕਹਿੰਦੇ ਇੱਕ ਤੇ ਅਸੀਂ ਇਸ ਦੇ ਕੱਪੜੇ ਧੋਤੇ, ਇਸ ਦੇ ਕੱਪੜਿਆਂ ਦੀ ਮੈਲ ਕੱਢੀ, ਤੇ ਦੂਜਾ ਜਦੋਂ ਸਾਡੀ ਮਿਹਨਤ ਦਾ ਸਮਾਂ ਆਇਆ ਤੇ ਸਾਨੂੰ ਖੋਟਾ ਸਿੱਕਾ ਦੇ ਕੇ ਜਾ ਰਿਹਾ ਸੀ। ਤੇ ਭਗਤ ਨਾਮਦੇਵ ਜੀ ਕਹਿੰਦੇ ਤੁਸੀਂ ਲੈ ਲਿਆ? ਕਹਿੰਦੇ ਨਹੀਂ, ਮੈਂ ਮੋੜ ਦਿੱਤਾ। ਤੇ ਭਗਤ ਜੀ ਕਹਿੰਦੇ ਉਹ ਤੇ ਰੋਜ਼ ਹੀ ਖੋਟਾ ਸਿੱਕਾ ਦੇ ਕੇ ਜਾਂਦਾ ਹੈ। ਤੇ ਉਹਨਾਂ ਦੀ ਪਤਨੀ ਨੇ ਪੁੱਛਿਆ ਕਿ ਤੁਸੀਂ ਲੈ ਲੈਂਦੇ ਹੋ? ਕਹਿੰਦੇ ਹਾਂ ਲੈ ਲੈਂਦਾ ਹਾਂ। ਤੇ ਕਹਿੰਦੇ ਕਰਦੇ ਕੀ ਹੋ? ਕਹਿੰਦੇ ਆਓ ਤੁਹਾਨੂੰ ਦਿਖਾਉਂਦੇ ਹਾਂ। ਇੱਕ ਟੋਇਆ ਪਟਿਆ ਹੋਇਆ ਸੀ, ਜਿੰਨੇ ਖੋਟੇ ਸਿੱਕੇ ਦੇ ਕੇ ਜਾਂਦਾ ਸੀ ਸਾਰੇ ਉਸ ਟੋਏ ਦੇ ਵਿੱਚ ਸੁੱਟ ਦਿੰਦੇ ਸੀ, ਪਰ ਉਸਦੇ ਕੱਪੜੇ ਧੋਣ ਤੋਂ ਕਦੇ ਇਨਕਾਰ ਨਹੀਂ ਕੀਤਾ ਸੀ। ਭਾਵ ਕਿ ਉਹਨਾਂ ਨੇ ਪੁੱਛਿਆ ਕਿ ਤੁਸੀਂ ਇਹ ਕਿਉਂ ਕਰਦੇ ਹੋ? ਕਹਿੰਦੇ ਇਹ ਖੋਟੇ ਸਿੱਕੇ ਅੱਜ ਮੈਨੂੰ ਦੇ ਕੇ ਗਿਆ ਤੇ ਮੈਂ ਟੋਏ ਦੇ ਵਿੱਚ ਸੁੱਟ ਦਿੱਤੇ ਕਿ ਇਹ ਜਿਹੜੀ ਖੋਟ ਹੈ ਇਹ ਅਗਾਂਹ ਨਹੀਂ ਵਧੀ, ਤੇ ਜੇ ਮੈਂ ਮੋੜ ਦਿੰਦਾ ਤੇ ਜਾਂ ਕਿਸੇ ਅਗਾਂਹ ਕਿਸੇ ਹੋਰ ਨੂੰ ਜਾ ਕੇ ਇਹ ਖੋਟ ਦਿੰਦਾ ਤੇ ਖੋਟ ਮੁੱਕਣੀ ਨਹੀਂ ਸੀ। ਇਸਨੇ ਖੋਟਾ ਸਿੱਕਾ ਦਿੱਤਾ ਤੇ ਮੈਂ ਲਿਆ ਕੇ ਟੋਏ ਦੇ ਵਿੱਚ ਸੁੱਟ ਦਿੱਤਾ, ਖੋਟ ਇੱਥੇ ਖਤਮ ਹੋ ਗਈ, ਹੁਣ ਇਸ ਤੋਂ ਅਗਾਂਹ ਇਹ ਸਿੱਕਾ ਕਿਸੇ ਨੂੰ ਨਹੀਂ ਮਿਲੇਗਾ। ਤੇ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਵੀ ਸਾਡੇ ਅਵਗੁਣਾਂ ਨੂੰ ਇਸੇ ਤਰ੍ਹਾਂ ਇੱਕ ਟੋਏ ਦੇ ਵਿੱਚ ਸੁੱਟ ਦਿੰਦੇ ਹਨ। ਕਦੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਡੇ ਔਗੁਣਾਂ ਨੂੰ ਚਿਤਾਰਦੇ ਨਹੀਂ, ਸਾਨੂੰ ਸਮੱਤ ਬਖਸ਼ਦੇ ਹਨ। ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ। ਹਾਰ ਗੁਰੂ ਦਾ ਸ਼ਬਦ ਸਾਡੇ ਜੀਵਨ ਨੂੰ ਸਵਾਰਦਾ ਹੈ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਕਮਾ ਲਈਏ। ਪਰ ਸ਼ਰਤ ਇਹ ਹੈ ਕਿ ਜੇ ਅਸੀਂ ਗੁਰੂ ਦਾ ਉਪਦੇਸ਼ ਕਮਾਉਣਾ ਹੈ, ਗੁਰੂ ਨੇ ਸਾਡੇ ਔਗੁਣਾਂ ਨੂੰ ਖੋਟੇ ਕਰਮਾਂ ਨੂੰ ਬਖਸ਼ਣਾ ਹੈ, ਤੇ ਸਾਨੂੰ ਅਗਾਂਹ ਤੋਂ ਖੋਟੇ ਕਰਮ ਕਰਨੇ ਬੰਦ ਕਰਨੇ ਪੈਣਗੇ। ਨਹੀਂ ਤੇ ਗੁਰਬਾਣੀ ਦਾ ਫਰਮਾਨ ਵੀ ਹੈ ਕਿ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਭਾਈ ਚੜੀ ਅਸ ਹੋਰ। ਕਿ ਇਸ਼ਨਾਨ ਕਰਨ ਗਏ ਕਿ ਸਾਡੇ ਕੀਤੇ ਹੋਏ ਕਰਮਾਂ ਦਾ ਪਾਪਾਂ ਦਾ ਨਾਸ਼ ਹੋ ਜਾਵੇਗਾ, ਸਾਡਾ ਜੀਵਨ ਨਿਰਮਲ ਹੋ ਜਾਵੇਗਾ। ਤੇ ਜੀਵਨ ਤੇ ਨਿਰਮਲ ਹੋ ਜਾਵੇਗਾ ਪਰ ਤਾਂ ਹੋਵੇਗਾ ਜੇ ਅਗਾਂਹ ਤੋਂ ਮਾੜੇ ਕਰਮ ਨਹੀਂ ਕਰਨੇ।
ਇੱਕ ਸਾਧੂ ਬੈਠਾ ਸੀ ਹਰਿਦੁਆਰ ਗੰਗਾ ਦੇ ਕਿਨਾਰੇ, ਜਿੱਥੇ ਲੋਕੀ ਆਪਣੇ ਪਾਪ ਬਖਸ਼ਾਉਣ ਜਾਂਦੇ ਹਨ। ਰਾਮ ਤੀਰਥ ਸੰਨਿਆਸੀ ਉਸਦਾ ਨਾਮ। ਤੇ ਉਸਨੂੰ ਉਸਦੇ ਚੇਲੇ ਨੇ ਪੁੱਛਿਆ ਕਿ ਸਾਧ ਜੀ, ਲੋਕੀ ਇੱਕ ਵਿਚਾਰ ਦੱਸਦੇ ਹਨ ਕਿ ਗੰਗਾ ਇਸ਼ਨਾਨ ਕਰਨ ਦੇ ਨਾਲ ਜਿਹੜੇ ਸਾਡੇ ਖੋਟੇ ਕਰਮ ਹਨ, ਪਾਪ ਕਰਨ ਹਨ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ, ਉਹ ਉਤਰ ਜਾਂਦੇ ਹਨ, ਧੁੱਪ ਜਾਂਦੇ ਹਨ। ਰਾਮ ਤੀਰਥ ਸੰਨਿਆਸੀ ਜੀ ਕਹਿੰਦੇ ਬਿਲਕੁਲ ਠੀਕ ਹੈ, ਇਸ਼ਨਾਨ ਕਰਨ ਦੇ ਨਾਲ ਉਤਰ ਤੇ ਜਾਂਦੇ ਹਨ। ਤੇ ਉਹ ਕਹਿੰਦਾ ਵੀ ਜਾਂਦੇ ਕਿੱਥੇ ਹਨ? ਕਹਿੰਦਾ ਜਦੋਂ ਇਸ਼ਨਾਨ ਕਰਨ ਲੱਗਦੇ ਹਨ ਤੇ ਉਸ ਵੇਲੇ ਉਹ ਸਾਹਮਣੇ ਦਰਖਤ ਦੇ ਉੱਤੇ ਬਹਿ ਜਾਂਦੇ ਹਨ। ਜਦੋਂ ਇਸ਼ਨਾਨ ਕਰਕੇ ਨਿਕਲਦੇ ਹਨ ਤੇ ਮੁੜ ਕੇ ਅੱਗੇ ਨਾਲੋਂ ਵੀ ਜ਼ਿਆਦਾ ਚਿੰਬੜ ਜਾਂਦੇ ਹਨ, ਕਿਉਂਕਿ ਇਸ਼ਨਾਨ ਕਰ ਲਿਆ, ਮਨ ਅੰਦਰ ਹੰਕਾਰ ਆ ਗਿਆ ਕਿ ਮੈਂ ਤੇ ਹੁਣ ਨਿਰਮਲ ਹੋ ਗਿਆ, ਮੈਂ ਹੋਰ ਜ਼ਿਆਦਾ ਕਰ ਸਕਦਾ ਹਾਂ। ਇੱਕ ਭਾਉ ਲੱਥੀ ਨਾਤਿਆਂ, ਦੋਏ ਭਾਏ ਚੜੀ ਅਸ ਹੋਰ। ਸਤਿਗੁਰੂ ਨੇ ਸਾਨੂੰ ਬਖਸ਼ਣਾ ਹੈ, ਸਾਡੇ ਖੋਟੇ ਕਰਮਾਂ ਨੂੰ ਆਪਣੇ ਕੋਲ ਰੱਖ ਕੇ ਸਾਨੂੰ ਗੁਣਾਂ ਦੀ ਦਾਤ ਦੇਣੀ ਹੈ। ਪਰ ਉਹ ਗੁਣਾਂ ਦੀ ਦਾਤ ਤਾਂ ਸਾਡੇ ਜੀਵਨ ਦੇ ਅੰਦਰ ਟਿਕੇਗੀ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਕਮਾਵਾਂਗੇ। ਜੇ ਅਸੀਂ ਅਗਾਂਹ ਤੋਂ ਇਹ ਪ੍ਰਣ ਕਰਾਂਗੇ ਕਿ ਅਸੀਂ ਅੱਜ ਤੋਂ ਬਾਅਦ ਇਹ ਮਾੜੇ ਕਰਮ ਨਹੀਂ ਕਰਾਂਗੇ, ਫਿਰ ਸਾਡਾ ਜਿਹੜਾ ਉਹ ਗੁਰੂ ਦੇ ਸਾਹਮਣੇ ਦੱਸਿਆ ਹੋਇਆ ਗੁਨਾਹ ਹੈ, ਕੀਤੀ ਹੋਈ ਫਰਿਆਦ ਹੈ, ਉਹ ਪੂਰੀ ਹੋ ਜਾਵੇਗੀ। ਤੇ ਜੇ ਅਸੀਂ ਅਰਦਾਸ ਵੀ ਕਰਾ ਲਈ, ਆਪਣੇ ਗੁਨਾਹ ਵੀ ਦੱਸਦੇ, ਤੇ ਇਹ ਮਨ 'ਚ ਸੋਚ ਲਏ ਕਿ ਇਹ ਹੁਣ ਬਖਸ਼ ਲਏ ਤੇ ਹੁਣ ਆਪਾਂ ਅਗਾਂਹ ਨਵੇਂ ਕਰਨੇ ਸ਼ੁਰੂ ਕਰ ਦਈਏ, ਤੇ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਜੀਵਨ ਹੈ ਉਹ ਨਿਰਮਲ ਨਹੀਂ ਹੋ ਸਕਦਾ। ਨਿਰਮਲ ਹੋਣ ਦੇ ਵਾਸਤੇ ਸਾਨੂੰ ਗੁਰੂ ਉਪਦੇਸ਼ ਨੂੰ ਕਮਾਉਣਾ ਪਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਦੀ ਦਾਤ ਦਿੱਤੀ ਹੈ। ਤੇ ਬਹੁਤ ਵਾਰ ਜਦੋਂ ਅੰਮ੍ਰਿਤ ਦੀ ਗੱਲ ਹੁੰਦੀ ਹੈ ਤੇ ਲੋਕ ਕਹਿ ਦਿੰਦੇ ਹਨ ਕਿ ਫਲਾਨਾ ਅੰਮ੍ਰਿਤ ਛਕ ਕੇ ਆਹ ਕਰਮ ਕਰਦਾ ਹੈ, ਫਲਾਨੇ ਬੰਦੇ ਨੇ ਵੀ ਅੰਮ੍ਰਿਤ ਛਕਿਆ ਹੈ, ਉਹ ਇਹੋ ਜਿਹੇ ਕਰਮ ਕਰ ਰਿਹਾ ਹੈ। ਜੇ ਸਧਾਰਨ ਤੌਰ ਤੇ ਅਸੀਂ ਸੋਚੀਏ ਕਿ ਜੇ ਇੱਕ ਬੰਦੇ ਨੇ ਗੱਡੀ ਲਈ ਹੈ ਤੇ ਉਸ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ, ਤੇ ਕੀ ਅਸੀਂ ਗੱਡੀਆਂ ਲੈਣੀਆਂ ਬੰਦ ਕਰ ਦਿੱਤੀਆਂ? ਇੱਕ ਬੰਦੇ ਨੇ ਕੋਈ ਨਵੀਂ ਚੀਜ਼ ਲਈ ਹੈ, ਉਹ ਚੀਜ਼ ਉਸ ਨੂੰ ਵਰਤਣੀ ਨਹੀਂ ਆਈ, ਉਸ ਦਾ ਨੁਕਸਾਨ ਹੋ ਗਿਆ, ਤੇ ਕੀ ਉਸ ਦੇ ਦੇਖਾ ਦੇਖੀ ਅਸੀਂ ਵੀ ਉਹ ਚੀਜ਼ ਆਪਣੇ ਘਰ ਦੇ ਵਿੱਚ ਨਹੀਂ ਲਿਆਂਦੀ? ਜੇ ਤੇ ਨਹੀਂ ਲਿਆਉਂਦੇ ਫਿਰ ਤੇ ਅਸੀਂ ਅੰਮ੍ਰਿਤ ਤੋਂ ਵੀ ਇਸ ਗੱਲ ਕਰਕੇ ਕਿਨਾਰਾ ਕਰ ਸਕਦੇ ਹਾਂ ਕਿ ਉਹਨੇ ਅੰਮ੍ਰਿਤ ਛਕਿਆ, ਮਾੜੇ ਕਰਮ ਕੀਤੇ, ਤੇ ਅਸੀਂ ਅੰਮ੍ਰਿਤ ਨਹੀਂ ਛਕਣਾ। ਤੇ ਜੇ ਅਸੀਂ ਬਾਕੀ ਗੱਲਾਂ ਦੇ ਵਿੱਚ ਪਿਛਾਂਹ ਨਹੀਂ ਹਟਦੇ ਤੇ ਸਾਨੂੰ ਅੰਮ੍ਰਿਤ ਵਾਲੇ ਪਾਸੇ ਤੋਂ ਵੀ ਪਿਛਾਂਹ ਨਹੀਂ ਹਟਣਾ ਚਾਹੀਦਾ। ਕਿਉਂਕਿ ਜਿਸ ਮਨੁੱਖ ਦੇ ਅੰਦਰ ਸਿੱਖੀ ਟਿਕੇਗੀ, ਗੁਰੂ ਦਾ ਉਪਦੇਸ਼ ਟਿਕੇਗਾ, ਗੁਰੂ ਦਾ ਸਿੱਖ ਗੁਰਮੁਖ ਜਿਹੜਾ ਹੈ ਅਸਲੀਅਤ ਦੇ ਵਿੱਚ ਉਹ ਹੀ ਹੋਵੇਗਾ। ਜੇ ਕੋਈ ਘੜਾ ਲੈਂਦਾ ਹੈ ਤੇ ਦੁਕਾਨ ਵਾਲਾ ਕਹਿੰਦਾ ਹੈ ਘੜਾ ਚੈੱਕ ਕਰ ਲਓ, ਟਣਕਾ ਕੇ ਦੇਖ ਲਵੋ ਇਹ ਕਿਤੇ ਕੱਚਾ ਤੇ ਨਹੀਂ ਹੈ, ਤੇ ਜਿਹਨੂੰ ਟਣਕਾਉਣਾ ਆਉਂਦਾ ਹੈ ਉਹ ਟਣਕਾ ਕੇ ਦੇਖ ਲਵੇਗਾ। ਤੇ ਜਿਹਨੂੰ ਮੇਰੇ ਵਰਗੇ ਨੂੰ ਇੰਨਾ ਵੀ ਗਿਆਨ ਨਹੀਂ, ਉਹ ਕਹਿੰਦਾ ਚਲੋ ਪਾਣੀ ਪਾ ਕੇ ਦੇਖ ਲਓ, ਜੇ ਪਾਣੀ ਟਿਕ ਗਿਆ ਤੇ ਘੜਾ ਪੱਕਾ ਹੈ, ਜੇ ਨਹੀਂ ਟਿਕਿਆ ਤੇ ਘੜਾ ਕੱਚਾ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਵੀ ਸਾਨੂੰ ਪਰਖਦੇ ਹਨ। ਪਰਖਣਾ ਤੇ ਗੁਰੂ ਪਾਤਸ਼ਾਹ ਨੂੰ ਹੀ ਚਾਹੀਦਾ ਹੈ, ਕਿਉਂਕਿ ਸਾਨੂੰ ਉਹਨਾਂ ਨੇ ਆਪਣੇ ਦਰ ਦੇ ਉੱਤੇ ਪ੍ਰਵਾਨ ਕਰਨਾ ਹੈ। ਜੇ ਅਸੀਂ ਕੋਈ ਚੀਜ਼ ਲੈਣੀ ਹੋਵੇ ਤੇ ਅਸੀਂ ਪਰਖਦੇ ਹਾਂ ਨਾ ਕਿ ਆਹ ਚੀਜ਼ ਸਾਡੇ ਵਾਸਤੇ ਚੰਗੀ ਹੈ ਕਿ ਨਹੀਂ, ਕੱਪੜਾ ਲੈਣਾ ਜਾਂ ਕੁਝ ਵੀ ਲੈਣਾ, ਤੇ ਅਸੀਂ ਦੇਖਦੇ ਹਾਂ ਚੰਗੀ ਤਰ੍ਹਾਂ ਕਿ ਆਹ ਚੀਜ਼ ਸਾਡੇ ਵਾਸਤੇ ਚੰਗੀ ਹੈ, ਹੰਡਣ ਵਾਲੀ ਹੈ, ਤਾਂ ਅਸੀਂ ਆਪਣੇ ਘਰ ਦੇ ਅੰਦਰ ਲਿਆਉਂਦੇ ਹਾਂ। ਦੁਕਾਨਦਾਰ ਥੋੜ੍ਹੀ ਪਰਖ ਕੇ ਦਿੰਦਾ ਕਿ ਨਹੀਂ ਬਈ ਤੁਸੀਂ ਚੰਗੇ ਗਾਹਕ ਹੋ ਜਾਂ ਨਹੀਂ ਹੋ ਤਾਂ ਮੈਂ ਤੁਹਾਨੂੰ ਚੀਜ਼ ਦੇਣੀ ਹੈ। ਚੀਜ਼ ਅਸੀਂ ਪਰਖਦੇ ਹਾਂ। ਗੁਰੂ ਪਾਤਸ਼ਾਹ ਨੇ ਸਾਨੂੰ ਪਰਖਣਾ ਹੈ ਕਿ ਸਾਡਾ ਜੀਵਨ ਚੰਗਾ ਹੋਇਆ ਜਾਂ ਨਹੀਂ ਹੋਇਆ, ਸਾਡੇ ਕਰਮ ਜਿਹੜੇ ਹਨ ਉਹ ਚੰਗੇ ਹੋਏ ਕਿ ਨਹੀਂ ਹੋਏ, ਗੁਰੂ ਪਾਤਸ਼ਾਹ ਜੀ ਨੇ ਪਰਖਣਾ ਹੈ। ਪਰ ਉਲਟਾ ਕਰਦੇ ਅਸੀਂ ਹਾਂ ਕਿ ਅਸੀਂ ਪਰਖਣਾ ਸ਼ੁਰੂ ਕਰ ਦਿੰਦੇ ਹਾਂ ਕਿ ਜੇ ਮੇਰਾ ਅੱਜ ਦੀ ਦਿਹਾੜੀ ਦੇ ਵਿੱਚ ਆਹ ਕੰਮ ਨਾ ਹੋਇਆ ਤੇ ਮੇਰਾ ਗੁਰੂ ਤੋਂ ਵਿਸ਼ਵਾਸ ਉੱਠ ਜਾਣਾ। ਜੇ ਕਿਸੇ ਨੇ ਕਿਤੇ ਜਾਣਾ ਹੋਵੇ, ਮੀਂਹ ਪੈਣ ਲੱਗ ਪਵੇ ਤੇ ਮਨ ਅੰਦਰ ਇਹ ਕਵੇ ਕਿ ਜੇ ਅੱਧੇ ਘੰਟੇ 1 ਘੰਟੇ ਦੇ ਵਿੱਚ ਮੇਰਾ ਮੀਂਹ ਨਾ ਬੰਦ ਹੋਇਆ ਤੇ ਮੇਰਾ ਵਿਸ਼ਵਾਸ ਉੱਠ ਜਾਣਾ। ਤੇਰਾ ਵਿਸ਼ਵਾਸ ਤੇ ਹੈ ਹੀ ਨਹੀਂ, ਇਕੱਲਾ ਮੀਂਹ ਦੇ ਉੱਤੇ ਟਿਕਿਆ ਹੋਇਆ ਹੈ। ਸਾਡੇ ਅੰਦਰ ਸਿੱਖੀ ਟਿਕੇਗੀ। ਸਿੱਖੀ ਤੋਂ ਭਾਵ ਹੈ ਬਾਣੀ ਅਤੇ ਬਾਣਾ। ਜੇ ਸਾਡੇ ਅੰਦਰ ਬਾਣੀ ਅਤੇ ਬਾਣਾ ਟਿਕੇਗਾ ਤਾਂ ਸਾਡਾ
ਜੀਵਨ ਨਿਰਮਲ ਹੋਵੇਗਾ, ਜਿਹੜੇ ਸਾਡੇ ਪਿਛਲੇ ਵਿਕਾਰ ਹਨ ਉਹਨਾਂ ਦਾ ਨਾਸ਼ ਹੋਵੇਗਾ ਤੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਦੇ ਨਾਲ ਸਾਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਢੋਈ ਮਿਲ ਸਕਦੀ ਹੈ। ਤੇ ਜੇ ਸਾਨੂੰ ਅਜੇ ਤੱਕਰ ਅੰਮ੍ਰਿਤ ਦੀ ਦਾਤ ਵੀ ਲੈਣੀ ਚੰਗੀ ਨਹੀਂ ਲੱਗਦੀ, ਸਾਡੇ ਮਨ ਅੰਦਰ ਹਜੇ ਤੱਕਰ ਹੁਜਤਾਂ ਹਨ ਜਾਂ ਹਜੇ ਤੱਕ ਮਨ ਅੰਦਰ ਆਲਸ ਕਹਿ ਲਓ ਜਾਂ ਗੁਰੂ ਦੇ ਵੱਲ ਹਜੇ ਸਾਡਾ ਪ੍ਰੇਮ ਨਹੀਂ ਬਣਿਆ, ਤੇ ਸਾਨੂੰ ਹਜੇ ਇਹ ਬਹਾਨੇ ਜਾਪਦੇ ਹਨ ਕਿ ਮੈਂ ਹਜੇ ਅੰਮ੍ਰਿਤ ਨਿਭਾ ਨਹੀਂ ਸਕਦਾ ਜੀ, ਮੈਨੂੰ ਅਜੇ ਕਿਰਪਾਨ ਨਹੀਂ ਸੰਭਾਲਣੀ ਆਉਂਦੀ, ਮੇਰੇ ਕੋਲ ਅੰਮ੍ਰਿਤ ਵੇਲਾ ਨਹੀਂ ਹੈ ਅਜੇ, ਤੇ ਫਿਰ ਹਜੇ ਅਸੀਂ ਸਿੱਖ ਨਹੀਂ ਬਣੇ। ਰਾਏ ਬੁਲਾਰ ਜੀ ਦਾ ਨਾਮ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਬਹੁਤ ਸ਼ਰਧਾਲੂ ਹੋਇਆ ਹੈ। ਤੇ ਇੱਕ ਵਾਰ ਰਾਏ ਬੁਲਾਰ ਜੀ ਦੇ ਸੰਗੀ ਸਾਥੀ ਉਹਨਾਂ ਦੇ ਕੋਲ ਆਏ ਤੇ ਉਹਨਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਅਸੀਂ ਜਾਣਦੇ ਤੇ ਤੁਹਾਨੂੰ ਬਚਪਨ ਤੋਂ ਹਾਂ, ਪਰ ਜਿਹੋ ਜਿਹਾ ਨੂਰ ਤੁਹਾਡੇ ਚਿਹਰੇ ਤੇ ਹੁਣ ਦਿਖਾਈ ਦੇ ਰਿਹਾ ਹੈ ਉਹ ਹੁਣ ਤੋਂ ਪਹਿਲਾਂ ਕਦੇ ਦਿਖਾਈ ਨਹੀਂ ਦਿੰਦਾ ਸੀ, ਇਸ ਦਾ ਕਾਰਨ ਕੀ ਹੈ? ਤੇ ਰਾਏ ਬੁਲਾਰ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਇੱਕ ਕੰਮ ਕਰਦਾ ਹਾਂ, ਛੋਟਾ ਜਿਹਾ ਕੰਮ ਹੈ, ਰਾਤ ਨੂੰ ਸੌਣ ਲੱਗਿਆਂ ਕਰਨਾ ਹੈ ਤੇ ਸਵੇਰੇ ਉੱਠਣ ਲੱਗਿਆਂ ਕਰਨਾ ਹੈ, ਤੁਹਾਡੇ ਮੂੰਹ ਦੇ ਉੱਤੇ ਵੀ ਤੁਹਾਡੇ ਫੇਸ ਦੇ ਉੱਤੇ ਵੀ ਇਹ ਨੂਰ ਆ ਜਾਵੇਗਾ। ਤੇ ਉਹਨਾਂ ਨੇ ਕੀ ਕਿਹਾ? ਕਹਿੰਦੇ ਰਾਤ सोता हूँ नानक गुरु कहते कहते सुबह होती है गुरु कहते कहते, ਕਿ ਰਾਤ ਨੂੰ ਸੌਣ ਲੱਗਿਆਂ ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦਾ ਹਾਂ, ਪ੍ਰਮਾਤਮਾ ਦੇ ਸਿਫਤ ਸਲਾਹ ਕਰਦਾ ਸੌਂਦਾ ਹਾਂ, ਤੇ ਜਦੋਂ ਸਵੇਰ ਹੁੰਦੀ ਹੈ ਤੇ ਸਵੇਰ ਉੱਠਦਿਆਂ ਵੀ ਮੇਰੇ ਮਨ ਅੰਦਰ ਸੱਚਾ ਨਾਮ ਹੁੰਦਾ ਹੈ। ਸੁਬਹ ਹੋਤੀ ਹੈ ਗੁਰੂ ਕਹਤੇ ਕਹਤੇ। ਤੇ ਜਦੋਂ ਅਸੀਂ ਰਾਤ ਨੂੰ ਬਾਣੀ ਪੜ੍ਹ ਕੇ ਗੁਰਬਾਣੀ ਦਾ ਜਾਪ ਕਰਕੇ ਨਾਮ ਸਿਮਰਨ ਕਰਕੇ ਸੌਵਾਂਗੇ ਹੀ ਨਹੀਂ ਤੇ ਸਾਡੇ ਅੰਮ੍ਰਿਤ ਵੇਲੇ ਦੀ ਵੀ ਸਾਨੂੰ ਦਾਤ ਨਹੀਂ ਮਿਲੇਗੀ। ਜੇ ਅੰਮ੍ਰਿਤ ਵੇਲੇ ਦੀ ਦਾਤ ਲੈਣੀ ਹੈ ਤੇ ਰਾਤ ਨੂੰ ਪਹਿਲਾਂ ਤੇ ਸੌਣਾ ਸਮੇਂ ਦੇ ਨਾਲ ਪਵੇਗਾ, ਔਰ ਦੂਸਰਾ ਰਾਤ ਨੂੰ ਗੁਰਬਾਣੀ ਦਾ ਜਾਪ ਕਰਕੇ ਪ੍ਰਮਾਤਮਾ ਨੂੰ ਯਾਦ ਕਰਦਿਆਂ ਸੌਵਾਂਗੇ ਤੇ ਸਵੇਰੇ ਅੰਮ੍ਰਿਤ ਵੇਲੇ ਸਾਡੀ ਅੱਖ ਖੋਲ੍ਹਦਿਆਂ ਸਭ ਤੋਂ ਪਹਿਲਾਂ ਸਾਡੇ ਮੂੰਹ ਦੇ ਵਿੱਚੋਂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਬੋਲ ਨਿਕਲਣਗੇ। ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 52 ਕਵੀਆਂ ਦੇ ਵਿੱਚੋਂ ਮੁੱਖ ਕਵੀ ਹੋਏ ਹਨ। ਉਹ ਕਹਿੰਦੇ ਜਿਸ ਦਿਨ ਮੈਨੂੰ ਅੰਮ੍ਰਿਤ ਵੇਲੇ ਉੱਠਦਿਆਂ ਪ੍ਰਮਾਤਮਾ ਦੀ ਯਾਦ ਆਉਂਦੀ ਹੈ, ਉਸ ਦਿਨ ਮੈਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਜਿਹੜਾ ਮੇਰਾ ਬਹੁਤ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਹੈ। ਤੇ ਜਿਸ ਦਿਨ ਮੈਨੂੰ ਅੰਮ੍ਰਿਤ ਵੇਲੇ ਉੱਠਦਿਆਂ ਕਿਤੇ ਨਾਮ ਯਾਦ ਨਾ ਆਵੇ ਤੇ ਮੈਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਮਾੜਾ ਹੈ, ਬਹੁਤ ਬੁਰਾ ਹੈ, ਦੁੱਖਾਂ ਵਾਲਾ ਹੈ, ਕਿਉਂਕਿ ਮੈਨੂੰ ਪ੍ਰਮਾਤਮਾ ਦੀ ਯਾਦ ਭੁੱਲ ਗਈ। ਤੇ ਜੇ ਸਾਨੂੰ ਅੱਜ ਤੱਕ ਹਜੇ ਗੁਰੂ ਦੇ ਦਿੱਤੇ ਹੋਏ ਕਕਾਰ ਭਾਰੀ ਲੱਗਦੇ ਹਨ, ਗੁਰੂ ਦੀ ਦਿੱਤੀ ਹੋਈ ਖੰਡੇ ਬਾਟੇ ਦੀ ਪੌਲ ਹਜੇ ਤੱਕ ਸਾਨੂੰ ਪਿਆਰੀ ਨਹੀਂ ਲੱਗਦੀ, ਤੇ ਸਾਨੂੰ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡਾ ਗੁਰੂ ਦੇ ਨਾਲ ਪਿਆਰ ਬਣੇ। ਇੱਕ ਛੋਟੀ ਜਿਹੀ ਸਾਖੀ ਕਿ ਇੱਕ ਸਾਧੂ ਭਗਤੀ ਕਰਨ ਵਾਲਾ ਪਹਾੜਾਂ ਦੇ ਵਿੱਚ ਜਾਣ ਦੇ ਵਾਸਤੇ ਤੁਰਿਆ। ਉਸਨੇ ਇੱਕ ਛੋਟੀ ਜਿਹੀ ਦਰੀ ਲੈ ਲਈ ਤੇ ਇੱਕ ਛਤਰੀ ਲੈ ਲਈ, ਜਿਵੇਂ ਸਾਧੂਆਂ ਦੇ ਕੋਲ ਆਪਣਾ ਆਸਣ ਲਾਉਣ ਜੋਗਾ ਸਮਾਨ ਹੁੰਦਾ ਹੈ, ਉਹਨਾਂ ਸਮਾਨ ਲੈ ਕੇ ਉਹ ਤੁਰ ਪਿਆ। ਜਦੋਂ ਪਹਾੜਾਂ ਦੇ ਵਿੱਚ ਜਾ ਕੇ ਪਹਾੜੀ ਚੜ੍ਹਨੀ ਸ਼ੁਰੂ ਕੀਤੀ ਤੇ ਸਾਹ ਫੁੱਲਣਾ ਸ਼ੁਰੂ ਹੋ ਗਿਆ, ਕਿਉਂਕਿ ਜਿਹੜਾ ਬੰਦਾ ਮੈਦਾਨਾਂ 'ਚ ਰਹਿਣ ਵਾਲਾ ਹੈ ਉਹ ਪਹਾੜੀਆਂ ਦੇ ਵਿੱਚ ਜ਼ਿਆਦਾ ਸਫ਼ਰ ਨਹੀਂ ਕਰ ਸਕਦਾ। ਤੇ ਉੱਥੇ ਹੀ ਪਹਾੜਾਂ ਦੇ ਵਿੱਚ ਇੱਕ 10 ਕੁ ਸਾਲ ਦੀ ਬੱਚੀ ਉਸ ਸਾਧੂ ਨੂੰ ਮਿਲੀ ਤੇ ਉਸਨੇ ਆਪਣਾ 5-6 ਸਾਲ ਦਾ ਭਰਾ ਆਪਣੇ ਮੋਢੇ 'ਤੇ ਚੁੱਕਿਆ ਹੋਇਆ ਤੇ ਨੱਠੀ ਜਾਂਦੀ ਪਹਾੜੀ ਚੜ੍ਹਦੀ ਜਾਵੇ। ਤੇ ਉਸ ਸਾਧੂ ਨੇ ਉਸ ਬੱਚੀ ਨੂੰ ਰੋਕਿਆ ਤੇ ਪੁੱਛਿਆ ਕਿ ਬੱਚੀਏ, ਭਾਰ ਮੇਰੇ ਕੋਲ ਤੇਰੇ ਨਾਲੋਂ ਘੱਟ ਹੈ, ਮੇਰੇ ਕੋਲ ਇੱਕ ਛੋਟੀ ਜਿਹੀ ਦਰੀ ਤੇ ਇੱਕ ਛਤਰੀ ਹੈ, ਤੇ ਤੇਰਾ ਭਰਾ, ਤੇਰੀ ਉਮਰ ਵੀ ਮੇਰੇ ਨਾਲੋਂ ਘੱਟ ਹੈ, 10 ਕੁ ਸਾਲ ਉਮਰ ਹੈ, ਤੇ ਤੇਰੇ ਭਰਾ ਦੀ ਉਮਰ 5-6 ਸਾਲ ਹੈ, ਤੂੰ ਉਸਨੂੰ ਮੋਢੇ 'ਤੇ ਚੱਕੀ ਭੱਜੀ ਜਾਨੀ ਹੈ। ਮੇਰੇ ਕੋਲ ਭਾਰ ਘੱਟ ਹੈ ਤੇ ਤੇਰੇ ਕੋਲ ਭਾਰ ਜ਼ਿਆਦਾ ਹੈ, ਤੈਨੂੰ ਫੇਰ ਵੀ ਕਿਉਂ ਥਕੇਵਾਂ ਨਹੀਂ ਹੁੰਦਾ? ਤੇ ਉਸ ਬੱਚੀ ਨੇ ਜੋ ਜਵਾਬ ਦਿੱਤਾ, ਸਾਨੂੰ ਆਪਣੇ ਅੰਦਰ ਉਸ ਦੀ ਪੜਚੋਲ ਕਰਨੀ ਪਵੇਗੀ। ਉਹ ਕਹਿੰਦੀ, ਤੁਸੀਂ ਬਾਬਾ ਜੀ ਭਾਰ ਚੱਕਿਆ ਹੋਇਆ ਹੈ ਤੇ ਮੈਂ ਆਪਣਾ ਭਰਾ ਚੱਕਿਆ ਹੈ, ਮੇਰੇ ਸਿਰ ਤੇ ਭਾਰ ਨਹੀਂ, ਮੇਰਾ ਪਿਆਰ ਹੈ, ਮੇਰਾ ਜੀਵਨ ਹੈ, ਤੇ ਤੁਹਾਨੂੰ ਇਹ ਤੁਹਾਡਾ ਭਾਰ ਹੈ, ਇਸ ਕਰਕੇ ਤੁਹਾਨੂੰ ਥਕੇਵਾਂ ਹੈ, ਮੇਰਾ ਭਰਾ ਹੈ, ਭਾਰ ਨਹੀਂ, ਇਸ ਕਰਕੇ ਮੈਨੂੰ ਥਕੇਵਾਂ ਨਹੀਂ ਹੈ। ਤੇ ਸਾਨੂੰ ਵੀ ਸੋਚਣਾ ਪਵੇਗਾ ਕਿ ਜੇ ਅਸੀਂ ਸੋਚਦੇ ਕਿ ਅਸੀਂ ਕਕਾਰ ਨਹੀਂ ਸਾਂਭ ਸਕਦੇ
ਜਾਂ ਅਸੀਂ ਖੰਡੇ ਬਾਟੇ ਦੀ ਪੌਲ ਹਜੇ ਨਹੀਂ ਲੈਣੀ, ਸਾਨੂੰ ਆਹ ਕੰਮ ਆ, ਪੋਤਰੇ ਦਾ ਪੁੱਤਰ ਦਾ ਵਿਆਹ ਕਰਨਾ ਹੈ, ਤੇ ਇਹਦਾ ਮਤਲਬ ਅਸੀਂ ਅਜੇ ਗੁਰਸਿੱਖੀ ਨੂੰ ਆਪਣੇ ਉੱਤੇ ਭਾਰ ਸਮਝਿਆ ਹੈ। ਅਸੀਂ ਅਜੇ ਤੱਕ ਆਪਣੇ ਗੁਰੂ ਦੇ ਬਚਨਾਂ ਦੇ ਨਾਲ, ਗੁਰੂ ਉਪਦੇਸ਼ ਦੇ ਨਾਲ ਪਿਆਰ ਪਾ ਹੀ ਨਹੀਂ ਸਕੇ। ਤੇ ਜਿੰਨਾ ਚਿਰ ਸਾਡਾ ਪਿਆਰ ਨਹੀਂ ਪਵੇਗਾ, ਜਿੰਨਾ ਚਿਰ ਸਾਨੂੰ ਗੁਰੂ ਦੇ ਉਪਦੇਸ਼ਾਂ ਹੁਕਮਾਂ ਦੇ ਨਾਲ ਪ੍ਰੇਮ ਨਹੀਂ ਬਣੇਗਾ, ਉਨਾ ਚਿਰ ਸਾਨੂੰ ਉਹ ਅਵਸਥਾ ਨਹੀਂ ਮਿਲੇਗੀ ਜਿਸ ਦੀ ਵਿਚਾਰ ਆਪਾਂ ਆਰੰਭ ਕੀਤੀ ਸੀ ਕਿ ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਸੜੇ ਹੋਏ ਲੋਹੇ ਤੋਂ, ਸਾਡੇ ਸੜੇ ਹੋਏ ਜੀਵਨ ਤੋਂ ਸੋਨੇ ਵਰਗਾ ਜੀਵਨ ਸਾਡਾ ਤਾਂ ਬਣੇਗਾ ਜੇ ਸਾਡਾ ਗੁਰੂ ਚਰਨਾਂ ਦੇ ਨਾਲ ਪਿਆਰ ਬਣੇਗਾ, ਗੁਰੂ ਦੀ ਬਾਣੀ ਤੇ ਬਾਣਾ ਸਾਡੇ ਜੀਵਨ ਦੇ ਅੰਦਰ ਆਵੇਗਾ। ਜਿੰਨਾ ਚਿਰ ਇਹ ਨਹੀਂ ਆਉਂਦੇ ਉਨਾ ਚਿਰ ਸਾਡਾ ਪਾਰ ਉਤਾਰਾ ਵੀ ਨਹੀਂ ਹੋ ਸਕਦਾ। ਤੇ ਅਸੀਂ ਅਸਲੀਅਤ ਦੇ ਵਿੱਚ, ਕਾਗਜ਼ਾਂ ਦੇ ਵਿੱਚ ਤੇ ਸਾਰੇ ਅਸੀਂ ਆਪਣੇ ਨਾਮ ਦੇ ਨਾਲ ਸਿੰਘ ਲਾਇਆ ਹੋਇਆ ਹੈ। ਅਰਦਾਸਾਂ ਵੀ ਗੁਰਸਿੱਖ ਗੁਰਮੁਖ ਪਰਿਵਾਰ ਦੀਆਂ ਕਰਾਉਂਦੇ ਹਾਂ, ਪਰ ਅਸਲੀਅਤ ਦੇ ਵਿੱਚ ਅਸੀਂ ਗੁਰਮੁਖ ਵੀ ਉਸ ਦਿਨ ਬਣਾਂਗੇ, ਗੁਰਸਿੱਖ ਵੀ ਉਸ ਦਿਨ ਬਣਾਂਗੇ, ਖਾਲਸੇ ਵੀ, ਸਿੰਘ ਵੀ ਉਸ ਦਿਨ ਬਣਾਂਗੇ ਜਦੋਂ ਬਾਣੀ ਅਤੇ ਬਾਣਾ ਸਾਡੇ ਜੀਵਨ ਦਾ ਸ਼ਿੰਗਾਰ ਹੋਵੇਗਾ, ਸਾਡਾ ਜੀਵਨ ਗੁਰੂ ਉਪਦੇਸ਼ਾਂ ਦੇ ਅਨੁਸਾਰ ਹੋਵੇਗਾ, ਤਾਂ ਸਾਡਾ ਜੀਵਨ ਜਿਹੜਾ ਹੈ ਉਹ ਅਸਲੀ ਸੱਚਾ ਸਿੱਖ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰ ਧੀਆਂ ਕਹਾਉਣ ਵਾਲਾ ਹੋਵੇਗਾ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਿਰਪਾ ਰਹਿਮਤ ਕਰਨ ਸਾਡੇ ਸਾਰਿਆਂ ਦੇ ਉੱਤੇ ਕਿ ਅਸੀਂ ਵੀ ਆਪਣੇ ਅਵਗੁਣਾਂ ਦੀ ਪੰਡ ਗੁਰੂ ਦੇ ਚਰਨਾਂ ਦੇ ਵਿੱਚ ਭੇਟਾ ਕਰਕੇ ਗੁਣਾਂ ਦੀ ਪੰਡ ਗੁਰੂ ਦੇ ਕੋਲੋਂ ਪ੍ਰਾਪਤ ਕਰੀਏ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਆਪਣਾ ਜੀਵਨ ਨਿਰਮਲ ਕਰੀਏ ਜੀ। ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਆਓ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ